18 ਜੂਨ ਨੂੰ ਹਰਦੀਪ ਸਿੰਘ ਨਿੱਜਰ ਨੂੰ ਮਾਰਿਆ ਗਿਆ ਸੀ। 2 ਮਹੀਨਿਆਂ ਦੇ ਦੌਰਾਨ ਕੀ ਇਨਵੈਸਟੀਗੇਸ਼ਨ ਹੋਈ, ਇਸ ਦੇ ਬਾਰੇ ਕੋਈ ਖੁੱਲ੍ਹ ਕੇ ਵੇਰਵਾ ਨਹੀਂ ਸਾਹਮਣੇ ਆ ਪਾਇਆ। ਇੱਕ ਅਜਿਹੀ ਵਾਰਦਾਤ ਸੀ ਜਿਸ ਨੂੰ ਕਿ ਵਿਦੇਸ਼ੋਂ ਬੈਠ ਕੇ ਸੰਚਾਲਿਤ ਕਰਾਇਆ ਗਿਆ, ਮੈਨੇਜ ਕਰਾਇਆ ਗਿਆ। ਹੁਣ ਜੇ ਪੁਲਿਸ ਨੂੰ ਇੰਨਾ ਪਤਾ ਕਿ 2008 ਮਾਡਲ ਕੈਮਰੀ ਗੱਡੀ ਹੈ ਤਾਂ ਫਿਰ ਜ਼ਾਹਿਰੀ ਤੌਰ ਤੇ ਉਹਨਾਂ ਕੋਲ ਲਾਇਸੈਂਸ ਪਲੇਟ ਹੋਏਗਾ। ਸੋ ਕੀ ਹਰਦੀਪ ਸਿੰਘ ਨਿੱਜਰ ਦਾ ਕੇਸ ਜਾਂ ਇਹਦਾ ਕਤਲ ਕੇਸ ਉਸੇ ਦਿਸ਼ਾ ਵੱਲ ਵੱਧਦਾ ਹੋਇਆ ਹੈ? ਵਿਲ ਇਟ ਐਂਡ ਅਪ ਬੀਇੰਗ ਅ ਕੇਸ ਜਿਹਨੂੰ ਕਿ ਫਾਈਲ ਕਰਤਾ ਜਾਏਗਾ? ਐਟ ਦ ਐਂਡ ਆਫ ਦਾ ਡੇ ਇੱਕ ਕੋਈ ਛੋਟਾ ਮਰਡਰ ਨਹੀਂ ਉਸ ਤਰੀਕੇ ਦੇ ਨਾਲ ਸੀ। ਇਟ ਵਾਜ਼ ਅ ਵੈਰੀ ਵੈਲ ਪਲਾਨਡ ਐਗਜ਼ੀਕਿਊਟਡ ਪਲਾਨ ਆਪਰੇਸ਼ਨ, ਤੇ ਜਿਸ ਤੋਂ ਜੇ 2 ਮਹੀਨੇ ਬਾਅਦ ਜਾਂਚ ਏਜੰਸੀਆਂ ਦੇ ਹੱਥ ਖਾਲੀ ਹੈ। ਇਹ ਸਾਰੀਆਂ ਚੀਜ਼ਾਂ ਦਾ ਇੱਕ ਬਹੁਤ ਵੱਡਾ ਦਬਾਅ ਜਿਹੜਾ ਹੈ ਉਹ ਕੈਨੇਡੀਅਨ ਤੇ ਸਰੀ ਦੀ ਜਿਹੜੀ ਜਾਂਚ ਏਜੰਸੀਆਂ ਆਈ ਹਿੱਟ ਹੈ ਉਹਨਾਂ ਤੇ ਸਰਟਨਲੀ ਹੈ। ਸੋ ਜਦੋਂ ਇਸ ਤਰੀਕੇ ਦਾ ਪ੍ਰੈਸ਼ਰ ਵੱਧਦਾ ਨਾ, ਕਈ ਵਾਰ ਦੇਖੋ ਜਿਹੜੇ ਲੋਕ ਇਨਸਾਫ ਦੀ ਮੰਗ ਕਰ ਰਹੇ ਨੇ, ਸਹੀ ਤਫਤੀਸ਼ ਦੀ ਮੰਗ ਕਰ ਰਹੇ ਨੇ, ਉਹ ਤਾਂ ਇਸ ਵਾਸਤੇ ਦਬਾਅ ਪਾ ਰਹੇ ਹੁੰਦੇ ਨੇ ਕਿ ਸਾਨੂੰ ਇਨਸਾਫ ਮਿਲੇ। ਰਿਪੁਦਮਨ ਮਲਿਕ ਦਾ ਕੇਸ ਇੱਕ ਕਲਾਸਿਕ ਕੇਸ ਹੈ। ਹੋਰ ਵੀ ਇਸ ਤੋਂ ਪਹਿਲਾਂ ਇੰਨੇ ਮਰਡਰਸ ਹੋਏ ਨੇ ਸਰੀ ਦੇ ਵਿੱਚ, ਕਈ ਘਟਨਾਵਾਂ ਹੋਈਆਂ, ਬਟ ਮਤਲਬ ਉਹ ਚੀਜ਼ਾਂ ਨਹੀਂ ਨਿਕਲ ਪਾਈਆਂ। ਬਟ ਹਾਂ ਇਹ ਜ਼ਰੂਰ ਹੈ ਕਿ 2 ਮਹੀਨੇ ਬਾਅਦ ਵੀ ਅਥਾਰਟੀਜ਼ ਦੇ ਹੱਥ ਜਿਹੜੇ ਖਾਲੀ ਹੋਣਾ एक टेलिंग कमेंट ऑल्सो की। नमस्कार, आदाब, सत श्री अकाल। इस ख़ास प्रोग्राम में एक बार फिर से मैं मणिमुख शर्मा आप सबका इस्तकबाल करता हूँ। हरदीप सिंह निज्जर कत्ल के मामले में एक अपडेट आया है। वो क्या है? इंटीग्रेटेड होमिसाइड इन्वेस्टिगेशन टीम ने बताया है कि वो अब एक थर्ड सस्पेक्ट को ढूंढ रहे हैं। कुछ ग्रेनी फुटेज उन लोगों ने रिलीज़ किया है और कहा है कि 2008 मॉडल की सिल्वर कलर की टोयोटा कैमरी की उनको तलाश है। लेकिन ये काफ़ी नहीं है। जिन लोगों के लिए जो इसमें एक फॉरवर्ड मूवमेंट चाह रहे हैं, जो चाह रहे हैं कि भाई जस्टिस मिले, उन लोगों के लिए ये काफ़ी नहीं है। और वो कह रहे हैं कि 2 महीने हो गए कत्ल को, लेकिन कोई ठोस सबूत पेश नहीं किया गया है या फिर कोई एक इन्फॉर्मेशन पुलिस की तरफ से नहीं दिया गया है। क्या हो रहा है? क्या जस्टिस मिलने की उम्मीद है? क्या बहुत ज़्यादा डिले हो गया है? इन सब मामलों पे रोशनी डालने के लिए एक बार फिर से आज मेरे साथ जुड़े हैं मेरे सहयोगी रितेश लकी साहब। रितेश जी, बहुत बहुत स्वागत है आपका। धन्यवाद मनी जी। क्या लगता है, इंसाफ होगा? लोडेड सा सवाल है लेकिन पूछना पड़ेगा। हाँ, इंसाफ एक बड़ा बड़ा शब्द होता ना, इंसाफ होएगा, लेकिन पहला तो है तफ्तीश होएगी राइट नाउ। मैनूं लगदा इंसाफ तो पहली जिहड़ी कड़ी हुंदी है हुंदी कि इन्वेस्टिगेशन हो पाएगी। तो एक बड़ी बड़ी डिसकंटेंटमेंट है। 2 महीने हो चुके ने। 18 जून ਨੂੰ ਹਰਦੀਪ ਸਿੰਘ ਨਿੱਜਰ ਨੂੰ ਮਾਰਿਆ ਗਿਆ ਸੀ ਤੇ ਅੱਜ ਆਪਾਂ ਆਲਮੋਸਟ ਮਿਡ ਅਗਸਤ ਤੋਂ ਬਾਅਦ ਗੱਲ ਕਰਦੇ ਪਏ ਹਾਂ। 17-18 ਅਗਸਤ ਹੋ ਚੁੱਕੀ ਹੈ। ਸੋ 2 ਮਹੀਨਿਆਂ ਦੇ ਦੌਰਾਨ ਕੀ ਇਨਵੈਸਟੀਗੇਸ਼ਨ ਹੋਈ, ਇਸ ਦੇ ਬਾਰੇ ਕੋਈ ਖੁੱਲ੍ਹ ਕੇ ਵੇਰਵਾ ਨਹੀਂ ਸਾਹਮਣੇ ਆ ਪਾਇਆ। ਕੈਨੇਡਾ ਦੇ ਵਿੱਚ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਾਂ ਫਿਰ ਸਰੀ ਦੇ ਵਿੱਚ ਜਿਹੜੇ ਵੀ ਇਸ ਤਰੀਕੇ ਦੀ ਮਰਡਰ ਜਾਂ ਹੋਮਿਸਾਈਡ ਇਨਵੈਸਟੀਗੇਸ਼ਨਸ ਹੁੰਦੀਆਂ ਨੇ, ਉਹਨਾਂ ਬਾਰੇ ਜ਼ਿਆਦਾ ਪਬਲਿਕ ਇਨਫੋਰਮੇਸ਼ਨ ਦਿੱਤੀ ਵੀ ਨਹੀਂ ਜਾਂਦੀ। ਲੇਕਿਨ ਇੱਥੇ ਇੱਕ ਅਜਿਹਾ ਕੇਸ ਹੈ ਜਿੱਥੇ ਕਿ ਕਮਿਊਨਿਟੀ ਦੇ ਕਹਿ ਲਈਏ ਕਿ ਉਹਨਾਂ ਦੀ ਭਾਵਨਾਵਾਂ ਇਨਵੋਲਵ ਹੈਗੀਆਂ ਨੇ, ਕਿਉਂਕਿ ਗੁਰਦੁਆਰੇ ਦੇ ਇੱਕ ਕੰਪਾਊਂਡ ਦੇ ਵਿੱਚ, ਕੰਪਲੈਕਸ ਦੇ ਵਿੱਚ ਇਹ ਮਰਡਰ ਹੋਇਆ। ਇੱਕ ਹਾਲਾਂਕਿ ਹਰਦੀਪ ਸਿੰਘ ਨਿੱਜਰ ਇੱਕ ਪ੍ਰੋਸਕ੍ਰਾਈਬ ਟੈਰਰਿਸਟ ਭਾਰਤ ਦੇ ਵਿੱਚ ਹੈਗੇ ਨੇ, ਲੇਕਿਨ ਇੱਥੇ ਤਾਂ ਗੁਰਦੁਆਰੇ ਕਮੇਟੀ ਦੇ ਪ੍ਰਧਾਨ ਸੀ, ਗੁਰਦੁਆਰਾ ਸਿੱਖ ਗੁਰੂ ਨਾਨਕ ਗੁਰਦੁਆਰੇ ਦੇ ਪ੍ਰਧਾਨ ਸੀ। ਸੋ ਉਸ ਲਿਹਾਜ਼ ਦੇ ਨਾਲ ਕਮਿਊਨਿਟੀ ਹੁਣ ਡਿਮਾਂਡ ਇਹ ਕਰਦੀ ਪਈ ਕਿ ਇਹਦੀ ਫੈਡਰਲ ਇਨਕੁਆਇਰੀ ਕਰੋ। ਤੇ ਪਿਛਲੇ 1.5-2 ਮਹੀਨੇ ਦੌਰਾਨ ਆਨਲਾਈਨ ਪਟੀਸ਼ਨਸ ਇਸ ਲਈ ਸ਼ੁਰੂ ਕੀਤੀਆਂ ਗਈਆਂ। ਇਹ ਮੁੱਦੇ ਨੂੰ ਪਾਰਲੀਮੈਂਟ ਦੇ ਵਿੱਚ ਵੀ ਚੁੱਕਿਆ ਗਿਆ। ਇੱਥੋਂ ਦੇ ਜਿਹੜੇ ਲੋਕਲ ਮੈਂਬਰ ਪਾਰਲੀਮੈਂਟ ਹੈਗੇ ਨੇ, ਸੁਖ ਧਾਲੀਵਾਲ, ਉਹਨਾਂ ਨੇ ਇਹਨਾਂ ਪਟੀਸ਼ਨਸ ਨੂੰ ਅੱਗੇ ਲਗਾਇਆ, ਲਿਜਾਣ ਦੀ ਕੋਸ਼ਿਸ਼ ਕੀਤੀ। ਇਨਫੈਕਟ ਆਪਣੀ ਗੱਲ ਵੀ ਉਹਨਾਂ ਨਾਲ ਹੋਈ ਸੀ ਕੁਝ ਦਿਨ ਪਹਿਲਾਂ ਜਦੋਂ ਆਪਾਂ ਇਸ ਵਿਸ਼ੇ ਉੱਤੇ ਗੱਲ ਕੀਤੀ ਸੀ। ਉਹਨਾਂ ਨੇ ਕਿਹਾ ਸੀ ਹਾਲਾਂਕਿ ਉਹਨਾਂ ਨੂੰ ਕੋਈ ਜ਼ਿਆਦਾ ਆਸ ਨਹੀਂ ਹੈ। ਉਹਨਾਂ ਨੇ ਇਹ ਚੀਜ਼ ਕਮਿਊਨਿਟੀ ਦੇ ਜਿਹੜੇ ਲੋਕ ਹੈਗੇ ਨੇ ਜੋ ਵੀ ਡਿਮਾਂਡ ਕਰ ਰਹੇ ਨੇ, ਆਨਲਾਈਨ ਪਟੀਸ਼ਨ ਕਈ ਹਜ਼ਾਰ ਲੋਕਾਂ ਵੱਲੋਂ ਸਾਈਨ ਕੀਤੀ ਗਈ ਹੈ, ਮੰਗ ਹੈਗੀ ਫੈਡਰਲ ਇਨਕੁਆਇਰੀ ਦੀ, ਹਾਈ ਲੈਵਲ ਇਨਕੁਆਇਰੀ ਹੋਵੇ। ਲੇਕਿਨ ਉਹ ਕਹਿੰਦੇ ਵੀ ਆਸ ਜ਼ਿਆਦਾ ਨਹੀਂ ਨਜ਼ਰ ਆ ਰਹੀ ਕਿਉਂਕਿ ਆਲਰੇਡੀ ਆਈਹਿਟ ਇਸ ਉੱਤੇ ਕੰਮ ਕਰਦੀ ਪਈ ਹੈ। ਅਤੇ ਅਜਿਹਾ ਕੇਸ ਹੈ ਜਿਸ ਦੇ ਵਿੱਚ ਕਿ ਅਜੇ ਤੱਕ ਸ਼ਾਇਦ ਕੈਨੇਡੀਅਨ ਗਵਰਨਮੈਂਟ ਇਹ ਮਹਿਸੂਸ ਨਹੀਂ ਕਰਦੀ ਹੈ, ਡਿਸਪਾਈਟ ਦਾ ਫੈਕਟ ਕਿ ਪਾਰਲੀਮੈਂਟੇਰੀਅਨਸ ਇਹ ਗੱਲਬਾਤ ਨੂੰ ਲਿਜਾ ਰਹੇ ਨੇ। ਅਤੇ ਪੂਰਾ ਦਾ ਪੂਰਾ ਪ੍ਰਮਾਈਸ ਇਸ ਗੱਲ 'ਤੇ ਟਿਕਿਆ ਹੋਇਆ ਕਿ ਇੱਕ ਅਜਿਹੀ ਵਾਰਦਾਤ ਸੀ ਜਿਸ ਨੂੰ ਕਿ ਵਿਦੇਸ਼ੋਂ ਬੈਠ ਕੇ ਸੰਚਾਲਿਤ ਕਰਾਇਆ ਗਿਆ, ਮੈਨੇਜ ਕਰਾਇਆ ਗਿਆ। ਜ਼ਿਕਰ ਇਹ ਆਉਂਦਾ ਕਿ ਵਿਦੇਸ਼ੀ ਦਖਲ ਦਾ ਮਾਮਲਾ ਹੈ। ਭਾਰਤੀ ਜਿਹੜੀ ਖੁਫੀਆ ਏਜੰਸੀਆਂ ਉਹਨਾਂ ਦੇ ਉੱਤੇ ਵੀ ਸ਼ੱਕ ਦੀ ਸੂਈ ਜਾਂ ਕਹਿ ਲਈ ਇੱਕ ਇਲਜ਼ਾਮਬਾਜ਼ੀ ਜਿਹੜੀ ਹੈ ਉਹ ਹੋਈ, ਸ਼ੁਰੂਆਤੀ ਸਟੇਜ ਦੇ ਵਿੱਚ ਹੋਈ, ਅੱਜ ਤੱਕ ਹੋ ਰਹੀ ਹੈ। ਇਸ ਬੇਸ ਉੱਤੇ ਫੈਡਰਲ ਇਨਕੁਆਇਰੀ ਦੀ ਡਿਮਾਂਡ ਹੈ। ਅਦਰਵਾਈਜ਼ ਇੱਕ ਨਾਰਮਲ ਮਰਡਰ ਕੇਸ ਦੇ ਵਿੱਚ ਕੋਈ ਫੈਡਰਲ ਇਨਕੁਆਇਰੀ ਦੀ ਲੋੜ ਨਹੀਂ ਹੁੰਦੀ। ਇਹੀ ਚੀਜ਼ ਸ਼ਾਇਦ ਕੈਨੇਡੀਅਨ ਐਸਟੈਬਲਿਸ਼ਮੈਂਟ ਸਮਝਦੀ ਹੈ। ਲੇਕਿਨ ਵੱਡਾ ਪੁਆਇੰਟ ਇਹ ਹੈ ਕਿ ਅੱਜ 2 ਮਹੀਨੇ ਬੀਤ ਜਾਂਦੇ ਨੇ ਤੇ ਇੱਕ ਤਸਵੀਰ ਜਾਰੀ ਕੀਤੀ ਗਈ ਕਾਰ ਦੀ। ਤੁਸੀਂ ਕਿਹਾ ਕਿ 2008 ਕੈਮਰੀ, ਟੋਇਟਾ ਕੈਮਰੀ ਗੱਡੀ ਹੈ ਜੋ ਕਿ ਇੱਕ ਗੈਟਵੇ ਵਹੀਕਲ ਸੀ, ਯਾਨੀ ਕਿ ਭੱਜਣ ਲਈ ਵਰਤਿਆ ਗਿਆ। ਵਾਰਦਾਤ ਕਰਨ ਲਈ ਜਿਹੜੇ ਵੀ ਹਮਲਾਵਰ ਆਏ ਸੀ ਉਹ ਮੋਟਰਸਾਈਕਲਾਂ 'ਤੇ ਆਏ ਸੀ, ਪੈਦਲ ਆਏ ਸੀ, ਜਿਵੇਂ ਵੀ ਉਹ ਆਏ ਸੀ, ਉਹਨਾਂ ਨੇ ਹਮਲਾ ਕੀਤਾ
ਹਰਦੀਪ ਸਿੰਘ ਨਿੱਜਰ ਨੂੰ ਗੋਲੀਆਂ ਮਾਰ ਕੇ। ਉਸ ਤੋਂ ਬਾਅਦ ਉਹ ਭੱਜਦੇ ਹੈਗੇ ਨੇ ਤੇ 68 ਐਵੀਨਿਊ 121 ਸਟਰੀਟ ਉੱਤੇ ਜਾ ਕੇ ਉਹਨਾਂ ਨੇ ਇਸ ਗੱਡੀ ਦੇ ਵਿੱਚ ਬੈਠੇ ਇੱਕ ਤੀਸਰੇ ਸਾਥੀ ਦੇ ਨਾਲ ਇਸ ਗੱਡੀ ਨੂੰ ਭੱਜਣ ਲਈ ਵਰਤਿਆ, ਜਿਸ ਤੋਂ ਬਾਅਦ ਕਿ ਇਸ ਗੱਡੀ ਦੇ ਬਾਰੇ ਕੋਈ ਜਾਣਕਾਰੀ ਕਲੂ ਨਹੀਂ। ਹੁਣ ਜੇ ਪੁਲਿਸ ਨੂੰ ਇੰਨਾ ਪਤਾ ਕਿ 2008 ਮਾਡਲ ਕੈਮਰੀ ਗੱਡੀ ਹੈ ਤਾਂ ਫਿਰ ਜ਼ਾਹਿਰੀ ਤੌਰ ਤੇ ਉਹਨਾਂ ਕੋਲ ਲਾਇਸੈਂਸ ਪਲੇਟ ਹੋਏਗਾ। ਅਦਰਵਾਈਜ਼ ਕਿਵੇਂ ਤੁਸੀਂ ਕਹਿ ਸਕਦੇ ਕਿ ਗੱਡੀ ਦੀ ਤਸਵੀਰ ਦੇਖ ਕੇ ਕਿ ਇਹ ਗੱਡੀ 2008 ਮਾਡਲ ਕੈਮਰੀ ਹੈ? ਕਿ ਤੁਸੀਂ ਕੋਈ ਸੀਸੀਟੀਵੀ ਕੈਮਰੇ ਦੇ ਵਿੱਚ ਕੋਈ ਫੁਟੇਜ ਦੇਖ ਕੇ ਕਿਸੇ ਗੱਡੀ ਦੀ ਦੱਸ ਸਕਦੇ ਹੋ ਕਿ ਉਹਦਾ ਮਾਡਲ ਕਿਹੜਾ ਹੈ? ਸੋ ਸਰਟਨਲੀ ਦੇ ਹੈਵ ਦ ਲਾਇਸੈਂਸ ਪਲੇਟ ਐਂਡ ਦ ਲਾਇਸੈਂਸ ਪਲੇਟ ਫਰਜ਼ੀ ਸੀ, ਗਲਤ ਸੀ, ਸੱਚੀ ਗਲਤ, ਉਹ ਸਾਰੀਆਂ ਚੀਜ਼ਾਂ ਤਫਤੀਸ਼ ਦੇ ਹੇਠ ਨੇ। ਲੇਕਿਨ ਇੱਥੇ ਇੱਕ ਜਿਹੜਾ ਜ਼ਿਆਦਾ ਡਿਟੇਲ ਸਾਂਝੀਆਂ ਨਾ ਕਰਨਾ, ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਅਕਸਰ ਇਹ ਚੀਜ਼ਾਂ ਹੁੰਦੀਆਂ ਨੇ ਕਿ मीडिया पहले ही डिटेल दे रहा होता है। हाँ, मीडिया ਨੂੰ लीक ਕੀਤੀਆਂ ਜਾ ਰਹੀਆਂ ਹੁੰਦੀਆਂ ਨੇ डिटेल्स। कभी कभार तो गवर्नमेंट के सोर्सेस को भी मीडिया के जरिए मालूम पड़ता है कि अच्छा बिल्कुल बिल्कुल ਹੁਣ ਸਿੱਧੂ ਮੂਸੇਵਾਲਾ ਦਾ ਮਰਡਰ ਕੇਸ ਸੀ, ਉਹਦੇ ਵਿੱਚ ਮੀਡੀਆ ਕੋਲ ਯਾਨੀ ਕਿ ਸਾਡੇ ਕੋਲ ਇਨਫੋਰਮੇਸ਼ਨ ਸੀ, ਅਸੀਂ ਉਹਨੂੰ ਨਸ਼ਰ ਕੀਤਾ ਤੇ ਸੋ ਉੱਥੇ ਇੱਕ ਡਿਫਰੈਂਟ ਸਿਸਟਮ ਕੰਮ ਕਰਦਾ ਹੈ, ਇੱਥੇ ਡਿਫਰੈਂਟ ਸਿਸਟਮ ਕੰਮ ਕਰਦਾ ਹੈ। ਸੋ ਇੱਥੇ ਬਹੁਤ ਉਸ ਲੈਵਲ ਦੀ ਟਰਾਂਸਪੇਰੈਂਸੀ ਨਹੀਂ ਹੈ, ਬਟ ਇਹਦਾ ਮਤਲਬ ਇਹ ਵੀ ਨੈਸੈਸਰੀਲੀ ਨਹੀਂ ਹੈ ਕਿ ਚੀਜ਼ਾਂ ਤੇ ਪਰਦਾ ਪਾਇਆ ਜਾ ਰਿਹਾ ਹੈ। ਹਾਲਾਂਕਿ ਹੁਣ ਅਲੱਗ-ਅਲੱਗ ਜਿਹੜੇ ਲੋਕ ਹੈਗੇ ਨੇ ਉਹਨਾਂ ਦੇ ਅਲੱਗ-ਅਲੱਗ ਸੋਚ ਹੁੰਦੀ ਹੈ। ਕੁਝ ਲੋਕ ਸਮਝਦੇ ਨੇ ਕਿ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਨੂੰ ਹੋਰ ਤੇਜ਼ੀ ਦੇ ਨਾਲ, ਹੋਰ ਐਗਰੈਸਿਵਲੀ ਹੋਣਾ ਚਾਹੀਦਾ ਸੀ। ਕਈ ਵਾਰ ਸਿਰਫ ਨੈਰੇਟਿਵ ਬਿਲਡ ਕਰਨ ਲਈ ਗੱਲਾਂ ਬਾਤਾਂ ਕਰਤੀਆਂ ਜਾਂਦੀਆਂ ਨੇ ਵੀ ਇੱਕ ਵਰਤਾਂਤ ਕ੍ਰੀਏਟ ਕਰ ਦਿਓ ਤਾਂ ਕਿ ਇੰਡੀਅਨ ਐਸਟੈਬਲਿਸ਼ਮੈਂਟ ਨੂੰ ਬਲੇਮ ਕੀਤਾ ਜਾਏ। ਹੁਣ ਇਹ ਤਾਂ ਚਲੋ ਇਨਵੈਸਟੀਗੇਟਰਸ ਨੇ ਡਿਸਾਈਡ ਕਰਨਾ, ਜਾਂਚ ਏਜੰਸੀਆਂ ਜਾਂ ਕੈਨੇਡੀਅਨ ਅਥਾਰਟੀਜ਼ ਇਹ ਚੀਜ਼ ਨੂੰ ਜ਼ਿਆਦਾ ਬੈਟਰ ਐਪਰੀਸ਼ੀਏਟ ਕਰ ਸਕਦੀਆਂ ਨੇ। ਤੁਹਾਨੂੰ ਯਾਦ ਹੋਏਗਾ ਜਦੋਂ ਹਰਦੀਪ ਨਿੱਜਰ ਨੂੰ ਮਾਰਿਆ ਗਿਆ ਸੀ, ਕਤਲ ਕੀਤਾ ਗਿਆ ਸੀ, ਉਸ ਤੋਂ ਅਗਲੇ ਦਿਨ ਜਦੋਂ ਬਰੀਫਿੰਗ ਇਹਨਾਂ ਦੀਆਂ ਹੋਈਆਂ ਆਈ ਹਿੱਟ ਦੀਆਂ ਜਾਂ RCMP ਦੀਆਂ, ਉਸ ਵਕਤ ਇਹ ਸਵਾਲ ਪੁੱਛੇ ਗਏ ਕਿ ਇਸ ਤਰੀਕੇ ਦੇ ਇੰਟੈਲੀਜੈਂਸ ਇਨਪੁਟ ਸੀ ਜਾਂ ਹਰਦੀਪ ਨਿੱਜਰ ਤੇ ਉਹਨਾਂ ਦੇ ਨਾਲ 3-4 ਹੋਰ ਲੋਕਾਂ ਨੂੰ ਖਤਰੇ ਦੀ ਗੱਲ ਹੈ। ਸੋ ਉਹਨਾਂ ਬਾਰੇ ਅੱਜ ਤੱਕ ਕੋਈ ਜਵਾਬ ਕਲੀਅਰ ਨਹੀਂ ਆਇਆ। ਹਾਂ, ਕੁਝ ਨਹੀਂ ਬੋਲੇ ਉਹਨਾਂ ਨੇ। ਠੀਕ ਹੈ ਨਾ, ਤੁਸੀਂ ਦੇਖੋ ਕਿੰਨਾ ਮਤਲਬ ਉਹ ਚੀਜ਼ਾਂ ਬੜੀਆਂ ਸਿੰਪਲ ਜਿਹੀਆਂ ਗੱਲਾਂ ਨੇ ਕਿ ਜੇ ਕਿਸ ਨੂੰ ਖਤਰਾ ਸੀ, ਕੈਨੇਡੀਅਨ CSIS ਜਿਹੜੀ ਇੱਥੋਂ ਦੀ ਮੇਨ ਇਨਵੈਸਟੀਗੇਸ਼ਨ ਇੰਟੈਲੀਜੈਂਸ ਏਜੰਸੀ ਹੈ, ਉਹਨੇ ਕੀ ਇਸ ਤਰੀਕੇ ਦੀ ਕੋਈ ਇਨਪੁਟ ਦਿੱਤੀ ਸੀ ਜਾਂ ਉਹਦੇ ਨਾਲ ਇਹ ਲੋਕਾਂ ਨੇ ਸ਼ੇਅਰ ਕੀਤਾ ਹੋਵੇ। ਸੋ ਇਹ ਸਾਰੀਆਂ ਗੱਲਾਂ ਬਾਤਾਂ ਸੀ, ਆਲਰੇਡੀ ਇੱਕ ਸਰਵੇਲਾਂਸ ਦੇ ਉੱਤੇ ਸੀ, ਪੁਲਿਸ ਦੀਆਂ ਨਜ਼ਰਾਂ ਹਰਦੀਪ ਸਿੰਘ ਨਿੱਜਰ ਤੇ ਸੀ, ਲੇਕਿਨ ਉਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਖੁੱਲ੍ਹ ਕੇ ਸਾਹਮਣੇ। ਜਦੋਂ ਵੀ ਅਸੀਂ ਵੀ ਸਵਾਲ ਪੁੱਛੇ ਪ੍ਰੈਸ ਕਾਨਫਰੰਸਾਂ ਦੇ ਵਿੱਚ, ਆਈ ਹਿੱਟ ਨੂੰ ਪੁੱਛਿਆ ਗਿਆ, ਬਟ ਦੇ ਵਰ ਨਾਟ ਫੋਰਥਕਮਿੰਗ ਟੂ ਟੈਲ ਕਿ ਵੀ ਕਿਹੜਾ ਇੰਟੈਲੀਜੈਂਸ ਦਾ ਇਨਪੁਟ ਸੀ, ਕਿਹੜਾ ਖਤਰਾ ਸੀ, ਕੀ ਤੋਂ ਖਤਰਾ ਸੀ। ਸੋ ਉਹ ਸਾਰੀ ਚੀਜ਼ਾਂ ਨੂੰ ਲੈ ਕੇ ਟਾਈਟ ਲਿਪਡ ਨੇ ਅਥਾਰਟੀਜ਼। ਸੋ ਇੱਕ ਬੜਾ ਵੱਡਾ ਇੱਕ ਬਲੈਂਕਟ ਕਲਾਊਡ, ਇਟ ਇਜ਼ ਸ਼ਰਾਊਡਡ ਇਨ ਮਿਸਟਰੀ। ਜਿੱਡੀ ਵੱਡੀ ਮਿਸਟਰੀ ਕਤਲ ਦੀ ਵਾਰਦਾਤ ਸੀ, ਉਹਦੀ तफ्तीश भी एक मिस्ट्री ही बनती हुई नजर आ रही है। सिक्स फॉर जस्टिस बड़े फ्रस्ट्रेटेड हो गए हैं, उन लोगों ने स्टेटमेंट दिया है कि भाई इतना टाइम क्यों लग रहा है, एक छोटा सा डिटेल भी बाहर आने में इतना टाइम क्यों लग रहा है। और दूसरा उनका जो सवाल जो आप भी कह रहे हैं कि क्या इंडियन स्टेट एजेंसीज की मुदाखलत थी, यहाँ पे कोई इन्वॉल्वमेंट था, उसके बारे में भी कोई क्लियर जवाब कोई दे ही नहीं रहा है। तो क्या इस वजह से थोड़ा एग्रेशन भी आ गया है यहाँ के लोगों में, क्योंकि मतलब उनको शायद लग रहा है कि भाई यहाँ पे उम्मीद कम है। जैसे MP धालीवाल ने भी कहा कि उनको बहुत ज़्यादा उम्मीद नहीं है कि फेडरल इंक्वायरी होगी, जिस तरह से वो चाह रहे हैं उस तरह से नहीं होगी। तो एक किस्म का फिर एक फ्रस्ट्रेशन आ रहा है। तो और नहीं एक ਹੁੰਦਾ ਹੀ ਮਰਡਰ ਕੇਸ ਇੱਕ ਬਲਾਈਂਡ ਕੇਸ ਬਣ ਜਾਂਦਾ ਹੈ। ਕਈ ਅਜਿਹੇ ਕੇਸਿਸ ਹੁੰਦੇ ਨੇ ਜਿਨ੍ਹਾਂ ਦੀ ਗੁੱਥੀ ਸੁਲਝਦੀ ਨਹੀਂ, ਅਨਟ੍ਰੇਸਡ ਹੋ ਜਾਂਦੇ ਨੇ ਰਿਪੋਰਟ, ਜਾਂ ਫਿਰ ਅਜਿਹੇ ਕੇਸਿਸ ਜਿਹੜੇ ਸੁਲਝਾਏ ਨਹੀਂ ਜਾ ਸਕੇ। ਸੋ ਕੀ ਹਰਦੀਪ ਸਿੰਘ ਨਿੱਜਰ ਦਾ ਕੇਸ ਜਾਂ ਇਹਦਾ ਕਤਲ ਕੇਸ ਉਸੇ ਦਿਸ਼ਾ ਵੱਲ ਵੱਧਦਾ ਹੋਇਆ ਹੈ? ਵਿਲ ਇਟ ਐਂਡ ਅਪ ਬੀਇੰਗ ਅ ਕੇਸ ਜਿਹਨੂੰ ਕਿ ਫਾਈਲ ਕਰਤਾ ਜਾਏਗਾ? ਇਸ ਤੋਂ ਪਹਿਲਾਂ ਆਪਾਂ 1 ਸਾਲ ਪਹਿਲਾਂ ਰਿਪੁਦਮਨ ਮਲਿਕ ਦਾ ਕਤਲ ਕੀਤਾ ਗਿਆ, ਉਹਦੇ ਵਿੱਚ 2 ਹਮਲਾਵਰ ਫੜ ਲਏ ਗਏ। ਅਜਿਹਾ ਨਹੀਂ ਕਿ ਜਾਂਚ ਏਜੰਸੀਆਂ ਕੰਮ ਨਹੀਂ ਕਰ ਰਹੀਆਂ, ਦੇ ਮਸਟ ਬੀ ਡੂਇੰਗ, ਉਹਨਾਂ ਕੋਲ ਲੀਡਸ ਹੁੰਦੀਆਂ ਨੇ, ਇਨਫੋਰਮੇਸ਼ਨ ਹੁੰਦੀ ਹੈ, ਲੇਕਿਨ ਜਦ ਤੱਕ ਪੱਕੀ ਇੱਥੇ ਇਹ ਗੱਲ ਹੈ ਕਿ ਜਦ ਤੱਕ ਪੱਕੀ ਚੀਜ਼ ਹੱਥ 'ਚ ਨਹੀਂ ਆਉਂਦੀ ਤਦ ਤੱਕ ਜਾਂਚ ਏਜੰਸੀਆਂ, ਇਨਵੈਸਟੀਗੇਟਰ ਖੁੱਲ੍ਹ ਕੇ ਧੜੱਲੇ ਦੇ ਨਾਲ ਨਹੀਂ ਸਾਹਮਣੇ ਆਉਂਦੇ। ਔਰ ਜਦੋਂ ਪੁਖਤਾ ਹੋ ਜਾਂਦੇ ਨੇ, ਇਸ ਲੈਵਲ ਤੇ ਪੁਖਤਾ ਹੋ ਜਾਂਦੇ ਨੇ। ਹੁਣ 3 ਦਿਨ ਪਹਿਲਾਂ ਇੱਥੇ ਇੱਕ ਬੈਂਡ ਕਾਉਂਸਲਰ ਕੋਕਟਲਮ ਦੀ ਉਹਦੀ ਹੱਤਿਆ ਕਰਤੀ ਗਈ ਕਿਸੇ ਸ਼ਖਸ ਵੱਲੋਂ। ਸੋ ਉਸ ਕੇਸ ਦੇ ਵਿੱਚ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਗਿਆ। 4 ਦਿਨ ਤੋਂ ਬੰਦਾ ਹਿਰਾਸਤ ਦੇ ਵਿੱਚ ਸੀ, ਲੇਕਿਨ ਉਹਦਾ ਨਾਂ ਅੱਜ ਉਹਨਾਂ ਨੇ ਜਾ ਕੇ ਨਸ਼ਰ ਕੀਤਾ ਹੈ। ਉਹ ਉਸ ਵਕਤ ਜਦੋਂ ਕਿ ਉਹਨਾਂ ਨੇ ਕਿਹਾ ਵੀ ਹੁਣ ਅਸੀਂ ਇਸ 'ਤੇ ਚਾਰਜ ਤੈਅ ਕਰਨੇ, ਯਾਨੀ ਕਿ ਚਾਰਜ ਲਾਣੇ, ਵੀ ਵਿਲ ਲੇ ਚਾਰਜਸ। ਸੋ ਜਦੋਂ ਇੰਨੀ ਕਿ ਇਹਨਾਂ ਕੋਲ ਸਬੂਤ ਹੋ ਜਾਂਦੇ ਨੇ ਇਕੱਠੇ ਵੀ ਕਿਸੇ ਵਿਅਕਤੀ ਨੂੰ ਇਹ ਚਾਰਜ ਕਰ ਸਕਦੇ ਹੁੰਦੇ ਨੇ, ਉਸ ਵਕਤ ਜਾ ਕੇ ਉਸ ਦਾ ਨਾਮ ਦੱਸਣਗੇ ਜਾਂ ਇਹ ਦੱਸਣਗੇ, ਉਹਨੂੰ ਗ੍ਰਿਫਤਾਰ ਕਰਨਗੇ, ਜਾਂ ਜੇ ਗ੍ਰਿਫਤਾਰ ਕੀਤਾ ਹੋਇਆ ਤਾਂ ਉਸ ਦੇ ਬਾਰੇ ਜਾਣਕਾਰੀ ਦੇਣਗੇ।
ਸੋ ਇਸ ਕੇਸ ਦੇ ਵਿੱਚ ਅਜੇ ਤੱਕ ਕੋਈ ਗ੍ਰਿਫਤਾਰੀ ਵੀ ਨਹੀਂ ਹੋਈ ਹੈ ਬਿਲਕੁਲ nobody has been arrested so at the end of the day ਇੱਕ ਕੋਈ ਛੋਟਾ ਮਰਡਰ ਨਹੀਂ ਉਸ ਤਰੀਕੇ ਦੇ ਨਾਲ ਸੀ ਇਟ ਵਾਸ ਅ ਵੈਰੀ ਵੈਲ ਪਲਾਨਡ ਐਗਜ਼ੀਕਿਊਟਡ ਪਲਾਨ ਆਪਰੇਸ਼ਨ ਤੇ ਜਿਸ ਤੋਂ ਜੇ 2 ਮਹੀਨੇ ਬਾਅਦ ਜਾਂਚ ਏਜੰਸੀਆਂ ਦੇ ਹੱਥ ਖਾਲੀ ਹੈ ਕਿਤੇ ਨਾ ਕਿਤੇ ਕੋਈ ਨਾ ਕੋਈ ਸੁਰਾਗ ਤਾਂ ਲੱਭਦਾ ਹੀ ਹੈ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਬੜੇ ਕਰੂਡ ਤਰੀਕੇ ਦੇ ਨਾਲ ਕੀਤਾ ਗਿਆ ਲੇਕਿਨ 2 ਮਹੀਨਿਆਂ ਦੇ ਵਿੱਚ ਤਾਂ ਮੈਨੂੰ ਲੱਗਦਾ ਹੈ ਆਲਮੋਸਟ 80% ਸ਼ੂਟਰ ਸਾਰੇ ਪੁਲਿਸ ਫੜ ਚੁੱਕੀ ਸੀ ਸੋ ਮਤਲਬ ਠੀਕ ਹੈ ਸਿਸਟਮਸ ਦੀ ਕਮੀਆਂ ਖਾਮੀਆਂ ਭਾਰਤ ਦੀਆਂ ਪੁਲਿਸ ਦੀਆਂ ਬਹੁਤ ਹੈਗੀਆਂ ਨੇ ਕੰਮ ਕਰਨ ਦੇ ਤਰੀਕਿਆਂ ਦੇ ਵਿੱਚ ਉਹਨਾਂ ਦੀ ਲਿਮਿਟੇਸ਼ਨ ਦੇ ਵਿੱਚ ਵੀ ਫਰਕ ਹੈ ਇੱਥੋਂ ਕਾਨੂੰਨ ਦੇ ਬਹੁਤ ਪਾਬੰਦ ਹੋ ਕੇ ਪੁਲਿਸ ਕੰਮ ਕਰਦੀ ਹੈ ਫੋਰੈਂਸਿਕ ਐਵੀਡੈਂਸ ਦੇ ਉੱਤੇ ਸਾਇੰਟੀਫਿਕ ਐਵੀਡੈਂਸ ਦੇ ਉੱਤੇ ਉਹ ਐਵੀਡੈਂਸ ਜਿਹੜਾ ਕਿ ਅਦਾਲਤ ਦੇ ਵਿੱਚ ਪ੍ਰੂਵ ਕੀਤਾ ਜਾ ਸਕਦਾ ਹੈ ਈਵਨ ਚਾਰजेस ਤੁਸੀਂ ਨਹੀਂ ਲਾ ਸਕਦੇ ਜਦ ਤੱਕ ਤੁਹਾਨੂੰ ਪ੍ਰੋਸੀਕਿਊਸ਼ਨ ਹੁਣ ਮੰਨ ਲਓ ਕੁਝ ਬੰਦੇ ਤੁਹਾਡੇ ਰਡਾਰ ਦੇ ਉੱਤੇ ਹੈਗੇ ਨੇ ਕੁਝ ਬੰਦਿਆਂ ਤੇ ਸ਼ੱਕ ਹੈ ਲੇਕਿਨ ਤੁਸੀਂ ਸਿਰਫ ਸ਼ੱਕ ਦੇ ਬਿਨਾਂ ਦੇ ਉੱਤੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਸਕਦੇ ਡਿਟੇਨ ਨਹੀਂ ਕਰ ਸਕਦੇ ਚਾਰਜ ਨਹੀਂ ਕਰ ਸਕਦੇ ਸੋ ਬਹੁਤ ਲਿਮਿਟੇਸ਼ਨ ਚ ਦੇ ਵਿੱਚ ਕੰਮ ਕਰਦੇ ਨੇ ਲੇਕਿਨ ਕੀ ਰਿਪੁਦਮਨ ਮਲਿਕ ਦੇ ਹੀ ਰਾਹ ਦੇ ਉੱਤੇ ਇਹ ਕੇਸ ਤੁਰਿਆ ਕਿਉਂਕਿ ਉਸ ਦੇ ਵਿੱਚ ਵੀ ਤੁਸੀਂ ਸ਼ੂਟਰ ਫੜ ਲਏ ਬਟ ਯੂ ਕੁਡ ਨਾਟ ਐਕਚੁਅਲੀ ਅਨਰਵੇਲ ਦ ਕ੍ਰਿਮੀਨਲ ਕਨਸਪੀਰੇਸੀ ਜਦੋਂ ਇਸ ਲੈਵਲ ਤੇ ਇੱਕ ਕਮਿਊਨਿਟੀ ਲੀਡਰਸ ਹੀ ਮੰਨੇ ਜਾਂਦੇ ਨੇ ਚਲੋ ਹਰਦੀਪ ਨਿੱਜਰ ਨੂੰ ਤਾਂ ਇੱਕ ਅਤਵਾਦੀ ਦੇ ਰੂਪ ਵਿੱਚ ਵੀ ਦੇਖਿਆ ਜਾਂਦਾ ਭਾਰਤ ਦੇ ਵਿੱਚ ਇੱਕ ਵੱਖਰਾ ਦੇਖਣ ਦਾ ਨਜ਼ਰੀਆ ਭਾਰਤ ਦੀਆਂ ਐਸਟੈਬਲਿਸ਼ਮੈਂਟ ਉਹਨੂੰ ਇੱਕ ਵੱਖਰੇ ਤਰੀਕੇ ਦੇ ਨਾਲ ਦੇਖਦੀਆਂ ਇੱਥੇ ਉਹ ਕਮਿਊਨਿਟੀ ਦੇ ਲੀਡਰ ਨੇ ਸੋ ਇੱਕ ਕਮਿਊਨਿਟੀ ਲੀਡਰ 2 ਮਾਰੇ ਜਾਂਦੇ ਨੇ ਰਿਪੁਦਮਨ ਮਲਿਕ ਦਾ ਵੀ ਤਕਰੀਬਨ ਉਹੀ ਬਿਲਕੁਲ ਲਗਭਗ ਸੇਮ ਹੀ ਪ੍ਰੋਫਾਈਲ ਸੀ ਲੇਕਿਨ ਉਸ ਕੇਸ ਦੇ ਵਿੱਚ ਵੀ ਕ੍ਰਿਮੀਨਲ ਕਨਸਪੀਰੇਸੀ ਨਹੀਂ ਅੱਗੇ ਆ ਪਾਈ ਠੀਕ ਹੈ ਤੁਸੀਂ ਹੇਠਲੇ ਲੈਵਲ ਦੇ ਕਰਿੰਦੇ ਫੜ ਲਏ ਕਰਿੰਦੇ ਨਾਟ ਯੂਜ਼ ਦ ਵਰਡ ਬਟ ਕੁਰਗੇ ਫੜ ਲਏ ਜਿਹਨੂੰ ਕਹਿੰਦੇ ਦ ਮੇਨ ਸ਼ੂਟਰਸ ਦ ਟਾਸਕਮੈਨ ਹਿਟਮੈਨ ਬਟ ਬਿਯੋਂਡ ਦੈਟ ਹਿਟਮੈਨ ਹੂ ਫੰਡਡ ਦੋਸ ਹਿਟਮੈਨ ਉਹਨਾਂ ਦੀ ਕੀ ਦੁਸ਼ਮਣੀ ਸੀ ਸੋ ਉਹ ਚੀਜ਼ਾਂ ਇਸ केस ਤਾਂ ਹਜੇ बहुत दूर लग रहा है मैंने कि कोई ब्रेक थ्रू मिलेगा लेकिन जैसे आपने कहा कि बिना नंबर प्लेट देखे ये अंदाज़ा लगाना बड़ा मुश्किल है कि ये 2008 मॉडल की गाड़ी है आई एज्यूम कि लाइसेंस प्लेट ਦਾ ਨੰਬਰ ਉਹਨਾਂ ਕੋਲ ਹੈ which they have not shared ਉਹਨੂੰ ਚੋਰੀ ਦੀ ਸੀ ਝੂਠੀ ਲਾਇਸੈਂਸ ਪਲੇਟ ਸੀ ਬਟ ਇਹ ਕਹਿ ਦੇਣਾ ਕਿ 2008 ਦੀ ਟੋਇਟਾ ਕੈਮਰੀ ਗੱਡੀ ਸੀ ਮਤਲਬ ਆਈ ਡੋਂਟ ਨੋ ਮਤਲਬ ਇਸ ਤੋਂ ਜ਼ਿਆਦਾ ਡਿਟੇਲ ਕਿਉਂਕਿ ਦਿੱਤੀ ਨਹੀਂ ਗਈ ਹੈ ਸ਼ਾਇਦ ਉੱਥੇ ਕਿਸੇ ਨੇ ਪੁੱਛੀ ਵੀ ਨਹੀਂ ਕਿ ਜੇ ਤੁਹਾਨੂੰ ਇਹ ਪਤਾ ਕਿ 2008 ਕੈਮਰੀ ਗੱਡੀ ਪਰ ਲਾਇਸੈਂਸ ਪਲੇਟ ਕਿਹਦੀ ਸੀ ਬੜਾ ਸਿੰਪਲ ਜਿਹੇ ਕੁਐਸਚਨ ਹੁੰਦੇ ਨੇ ਨਾ ਵਨ ਥਿੰਗ ਲੀਡਸ ਟੂ ਦ ਯੂ ਆਰ ਕਨੈਕਟਿੰਗ ਦ ਡਾਟਸ ਫਿਰ ਉਹ ਸਾਹਮਣੇ ਆ ਜਾਂਦਾ ਵੀ ਇਹ ਗੱਡੀ ਫਲਾਂ ਬੰਦੇ ਤੋਂ ਇਸ ਸਾਲ ਦੇ ਵਿੱਚ ਉੱਥੋਂ ਖਰੀਦੀ ਗਈ ਸੀ ਜਾਂ ਚੋਰੀ ਕਰ ਲਈ ਗਈ ਸੀ ਤੇ ਲਾਇਸੈਂਸ ਪਲੇਟ ਗਲਤ ਲਗਾਤੀ ਗਈ ਸੀ ਲਾਇਸੈਂਸ ਪਲੇਟ ਵਾਸ ਫॉर ਸਮਬਡੀ ਐਲਸ which was wrongly used so we are not revealing that license plate because ਉਹ ਕਿਸੇ ਹੋਰ ਬੰਦੇ ਦੀ ਨਿਰਦੋਸ਼ ਬੰਦੇ ਦੀ ਲਾਇਸੈਂਸ ਪਲੇਟ ਤੁਸੀਂ ਲੈ ਲਈ ਗੱਡੀ चोरी करके you kind of manipulated right लेकिन मैं जो पूछना चाह रहा था वो ये कि जैसे आपको भी लगा कि शायद इनके पास नंबर प्लेट है तो डिटेल्स भी हैं और 2 महीने हो गए हैं इन्वेस्टिगेशन तो कर ही रहे हैं लेकिन साथ ही साथ जो इल्ज़ाम लग रहा है कि भाई इसमें फॉरेन इंटरफेरेंस है उस पर कोई भी कमेंट नहीं कर रहे हैं तो इस चुप्पी में भी क्या आपको लगता है कि इस इल्ज़ाम में अब थोड़ा सा जो है वज़न है और लोगों को ऐसा लग रहा है ख़ास करके जो लोग एजिटेट कर रहे हैं और पोस्टर्स भी अब लग गए हैं काफ़ी टाइम से जिसमें इंडियन डिप्लोमेट्स के ख़िलाफ़ पोस्टर्स लगे हैं तो एक किस्म का जो है एक अनरेस्ट पैदा हो रहा है इस चुप्पी की वजह से देखो मनी जी ਆਪਾਂ ਸ਼ਾਇਦ ਕੁਝ ਦਿਨ ਪਹਿਲਾਂ ਗੱਲ ਕਰ ਰਹੇ ਸੀ ਕਿ ਜਦੋਂ ਕਿਸੇ ਮਾਮਲੇ 'ਚ ਰਾਜਨੀਤੀ ਸ਼ੁਰੂ ਹੋ ਜਾਂਦੀ ਹੈ ਆਈ ਥਿੰਕ ਡਰੱਗਸ ਦੇ ਕੰਟੈਕਸਟ 'ਚ ਆਪਾਂ ਜਦੋਂ ਡਿਸਕਸ਼ਨ ਕੀਤੀ ਅਸੀਂ ਕਿਹਾ ਸੀ ਕਿ ਜਦੋਂ ਪੋਲਿਟਿਕਸ ਆ ਜਾਏ ਹੁਣ ਵਿੱਚ ਇੱਕ ਅਡਾਨੀ ਦਾ ਨਾਂ ਆ ਗਿਆ ਜੀ ਕਿਸੇ ਪੋਰਟ ਦੇ ਸਾਰਾ ਦਾ ਸਾਰਾ ਫੋਕਸ ਉਧਰ ਹੋ ਜਾਂਦਾ ਹੈ एक मर्डर इन्वेस्टिगेशन है सब तो पहला तो इससे इंसाफ बात चाहे पहला तो तफ्तीश है आप देखो एक क्रिमिनोलॉजी ਨੂੰ ਆਪਾਂ ਜੇ ਸਮਝੀਏ ਤਾਂ ਪਹਿਲੇ ਗੱਲ ਤਾਂ ਸਾਇੰਟੀਫਿਕਲੀ ਤੁਸੀਂ ਪ੍ਰੂਵ ਕਰਨਾ ਕਿ ਇਹ ਚੀਜ਼ ਕਿੱਥੋਂ ਹੋਈ ਕਿਹਨੇ ਕੀਤੀ ਯੂ ਹੈਵ ਟੂ ਫਾਈਂਡ ਦ ਕਲਪ੍ਰਿਟਸ ਹੁਣ ਜਦੋਂ ਅਸੀਂ ਪਹਿਲੇ ਨੈਰੇਟਿਵ ਦੇ ਉੱਤੇ ਹੀ ਗੱਲ ਐਡੀ ਵੱਡੀ ਆ ਗਈ ਯਾਨੀ ਕਿ ਭਾਰਤ ਦੀ ਖੁਫੀਆ ਏਜੰਸੀਆਂ ਨੇ ਕਰਾਇਆ ਇਹ ਇਲਜ਼ਾਮ ਲੱਗ ਜਾਂਦਾ ਹੈ ਫੈਡਰਲ ਇਨਕੁਆਇਰੀ ਆਨਲਾਈਨ ਪਿਟੀਸ਼ਨਸ डिप्लोमैट्स दी तस्वीरां लातियां गई एंड दैट वाज अ वेरी रॉन्ग वे ऑफ पुटिंग द थिंग्स आई एम सॉरी टू से बट लेकिन इस तरीके दे नाल डिप्लोमैट्स दी तस्वीरां ला के फिर वो ਜਿਹੜੇ ਪੋਸਟਰਸ ਹਜੇ ਵੀ ਲੱਗੇ ਹੋਏ ਨੇ ਸ਼ਹਿਰ ਭਰ ਦੇ ਵਿੱਚ ਸਾਰੀ ਦੇ ਵਿੱਚ ਲਾਏ ਗਏ ਨੇ ਪੋਸਟਰ ਸੋ ਉਹਨਾਂ ਨੂੰ ਇੰਡੀਵਿਜੂਅਲੀ ਟਾਰਗੇਟ ਭਾਰਤੀ ਡਿਪਲੋਮੈਟਸ ਨੂੰ ਕੀਤਾ ਜਾ ਰਿਹਾ ਵਿਚ ਇਜ਼ ਸਮਟਾਈਮਸ ਡੇਂਜਰਸ ਆਲਸੋ ਕੱਲ ਨੂੰ ਕੋਈ ਇਸ ਤਰੀਕੇ ਦਾ ਨੁਕਸਾਨ ਕਿਸੇ ਦਾ ਹੋ ਜਾਂਦਾ ਉਹਦੇ ਵਿੱਚ ਫਿਰ ਜਿਹੜੇ ਲੋਕ ਪੋਸਟਰ ਲਾ ਰਹੇ ਨੇ ਫਿਰ ਉਹਨਾਂ ਦੀ ਤਫਤੀਸ਼ਾਂ ਸ਼ੁਰੂ ਹੋ ਜਾਣਗੀਆਂ ਵੀ ਕਿਹਨੇ ਬਣਾਇਆ ਕੀ ਹੋਇਆ ਐਂਡ ਆਲ ਦੈਟ ਸੋ ਜਦੋਂ ਨੈਰੇਟਿਵ ਉੱਥੇ ਆ ਗਿਆ ਕਿ ਇਹ ਤਾਂ ਜੀ ਫੋਰਨ ਇੰਟਰਫੇਰੈਂਸ ਹੈ ਕਿਉਂਕਿ ਇੱਥੇ ਚਾਈਨਾ ਦੀ ਫੋਰਨ ਇੰਟਰਫੇਰੈਂਸ ਨੂੰ ਲੈ ਕੇ ਕੈਨੇਡਾ ਦੇ ਵਿੱਚ ਇੱਕ ਬਹੁਤ ਵੱਡਾ ਬਵਾਲ ਮਚਿਆ ਈਵਨ ਅੱਜ ਉਹਦੀ ਪਬਲਿਕ ਇਨਕੁਆਇਰੀ ਉਹਦੀ ਵੀ ਨਹੀਂ ਹੋਈ ਹੈ ਲੇਕਿਨ ਹੁਣ ਇਸ ਵਕਤ ਪੂਰਾ ਜ਼ੋਰ ਲੱਗਿਆ ਹੋਇਆ ਆਪੋਜੀਸ਼ਨ ਦਾ ਤੇ ਪਬਲਿਕ ਇਨਕੁਆਇਰੀ ਸ਼ਾਇਦ ਉਸ ਕੇਸ ਦੇ ਵਿੱਚ ਆਰਡਰ ਹੋਏਗੀ ਕੈਨੇਡਾ ਦੇ ਮੈਂਬਰ ਪਾਰਲੀਮੈਂਟਸ ਨੂੰ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਦਬਾਅ ਪਾਏ ਗਏ ਫੈਡਰਲ ਇਲੈਕਸ਼ਨ ਦੇ ਵਿੱਚ ਦਬਾਅ ਪਾਉਣ ਦੀਆਂ ਜਾਂ ਉਸ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਇਹ ਚੀਜ਼ ਮੰਨੀ ਜਿਹੜਾ ਸਪੈਸ਼ਲ ਰਿਪੋਰਟਰ ਬਿਠਾਏ ਗਏ ਸੋ ਉਹਨਾਂ ਨੇ ਇਹ ਚੀਜ਼ ਮੰਨੀ ਉਹ ਰਿਪੋਰਟਰ ਬਾਅਦ ਦੇ ਵਿੱਚ ਹਟਣੇ ਪਏ ਹਟਾਇਆ ਗਿਆ ਉਹਨਾਂ ਨੂੰ ਕਿਉਂਕਿ ਆਪੋਜੀਸ਼ਨ ਪਾਰਟੀਆਂ ਕਹਿ ਰਹੀਆਂ ਕਿ ਤੁਸੀਂ ਵਿਦੇਸ਼ੀ ਦਖਲ ਦੇ ਮਾਮਲੇ ਦੇ ਵਿੱਚ ਇੱਕ ਪਬਲਿਕ ਇਨਕੁਆਇਰੀ ਆਰਡਰ ਕਰੋ ਵਿਚ ਸ਼ੁੱਡ ਬੀ ਐਨ ਓਪਨ ਇਨਕੁਆਇਰੀ
ਜਿਹਦੇ ਵਿੱਚ ਸਾਰੇ ਲੋਕ ਆਉਣ ਸਾਹਮਣੇ ਹੋਣ। ਸੋ ਪਬਲਿਕ ਇਨਕੁਆਇਰੀ ਉਸ ਲੈਵਲ ਦੀ ਡਿਮਾਂਡ ਕੀਤੀ ਜਾ ਰਹੀ ਹੈ। ਵਿਦੇਸ਼ੀ ਦਖਲ ਦਾ ਮਾਮਲਾ ਇੱਥੋਂ ਦੀ ਪੋਲਿਟਿਕਸ ਦੇ ਵਿੱਚ ਇੱਕ ਬਹੁਤ ਹਾਈ ਡੈਸੀਬਲ ਵਿਸ਼ਾ ਹੈ, ਲੇਕਿਨ ਇਸ ਤਰੀਕੇ ਦੀਆਂ ਘਟਨਾਵਾਂ ਦੇ ਵਿੱਚ ਫਿਰ ਉਹ ਜਿਹੜਾ ਭਾਰਤ ਦੀ ਜਾਂਚ ਏਜੰਸੀਆਂ ਦੇ ਨਾਲ ਜੋੜ ਕੇ ਵਿਦੇਸ਼ੀ ਦਖਲ ਦੇ ਮਾਮਲੇ ਨੂੰ ਇੱਕ ਪੋਲੀਟੀਕਲ ਰੰਗਤ ਦਿੱਤੀ ਜਾਂਦੀ ਹੈ। ਤੇ ਜਦੋਂ ਕਿਸੇ ਕੇਸ ਨੂੰ ਪੋਲੀਟੀਕਲ ਰੰਗਤ ਮਿਲੀ, ਉਸ ਵਕਤ ਇਹ ਤੈਅ ਸਮਝੋ ਕਿ ਉਸ ਕੇਸ ਦਾ ਉਹਦੇ ਜਿਹੜੀ ਬਾਰੀਕੀਆਂ ਹੁੰਦੀਆਂ ਨੇ ਨਾ, ਉਹ ਸੈਕਰੀਫਾਈਸ ਹੋ ਜਾਂਦੀਆਂ ਨੇ। ਉਹ ਇਨਵੈਸਟੀਗੇਸ਼ਨ ਦੇ ਉੱਤੇ ਦਬਾਈ ਕਿਸੇ ਹੋਰ ਤਰੀਕੇ ਦਾ। ਆਈ ਐਮ ਸ਼ੋਰ ਕਿ ਇਸ ਵਕਤ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ IHIT ਸਾਰੀ RCMP ਜੋ ਇਸ ਕੇਸ ਦੀ ਤਫਤੀਸ਼ ਕਰ ਰਹੇ ਨੇ, ਕੈਨੇਡੀਅਨ ਅਥਾਰਟੀਜ਼ ਇਮੈਂਸ ਪ੍ਰੈਸ਼ਰ ਦੇ ਅੰਡਰ ਨੇ। ਇੱਕ ਪਾਸੇ ਤੁਸੀਂ ਦੇਖੋ ਨਾ, ਉਹਦੇ ਨਾਲ ਜਿਵੇਂ ਤੁਸੀਂ ਪੋਸਟਰ ਲਗਾਤੇ, ਉੱਥੇ ਪੋਸਟਰ ਸ਼ਹਿਰ ਭਰ ਚਿਪਕਾਤੇ ਗਏ। ਭਾਰਤ ਨੇ ਤੱਕ ਸਖਤ ਇਤਰਾਜ਼ ਕੀਤਾ ਬਿਲਕੁਲ ਕਿ ਇਸ ਗੱਲ ਨੂੰ ਲੈ ਕੇ ਕਿੱਡਾ ਵੱਡਾ ਇਸ਼ੂ ਹੋਇਆ। ਡਿਫੈਂਸ ਮਿਨਿਸਟਰ ਜਿਹੜੇ ਇੱਥੋਂ ਦੇ ਹੈਗੇ ਨੇ ਜਾਂ ਜਿਹੜੇ ਉਸ ਵਕਤ ਸੀਗੇ, ਤੇ ਹੁਣ ਜਿਹੜੇ ਫੋਰਨ ਅਫੇਅਰਸ ਮਿਨਿਸਟਰ ਮੈਲਾਨੀ ਜੋਲੀ, ਉਹਨਾਂ ਨੂੰ ਬਿਆਨ ਦੇਣੇ ਪਏ ਕਿ ਨਹੀਂ ਅਸੀਂ ਇਸ ਚੀਜ਼ ਨੂੰ ਕੰਡੈਮ ਕਰਦੇ ਹਾਂ। ਇੱਥੋਂ ਦੇ ਜਿਹੜੇ ਭਾਰਤੀ ਡਿਪਲੋਮੈਟਸ ਹੈਗੇ ਨੇ, ਉਹਨਾਂ ਦੀ ਰੱਖਿਆ ਸਾਡੀ ਜ਼ਿੰਮੇਵਾਰੀ ਹੈ। ਮਤਲਬ ਖਾਮਖਾਹ ਦਾ ਇੱਕ ਬਵੰਡਰ ਜਿਹਾ ਖੜਾ ਹੋ ਗਿਆ। ਸਰਕਾਰਾਂ ਦਬਾਅ ਹੇਠ ਆ ਗਈਆਂ। ਕੈਨੇਡਾ ਦੀ ਐਸਟੈਬਲਿਸ਼ਮੈਂਟ ਇੱਕ ਪਾਸਿਓਂ ਉਹਨਾਂ ਨੂੰ ਕਮਿਊਨਿਟੀ ਦਾ ਪ੍ਰੈਸ਼ਰ, ਤੇ ਦੂਸਰੇ ਪਾਸਿਓਂ ਇੰਡੀਅਨ ਅਥਾਰਟੀਜ਼ ਕਿਹੜਾ ਚੁੱਪ ਬੈਠਣਗੇ। ਜੇ ਉਹਨਾਂ ਦੇ ਤੁਸੀਂ ਅਫਸਰਾਂ ਨੂੰ ਇਸ ਤਰੀਕੇ ਨਾਲ ਟਾਰਗੇਟ ਕਰੋਗੇ, ਦੈਨ ਦੇ ਵਿਲ ਸਰਟਨਲੀ ਟੇਕ ਦ ਮੈਟਰ ਅਪ ਵਿਦ ਦ ਗਵਰਨਮੈਂਟ। ਹੁਣ ਇਸ ਦਬਾਅ ਤੇ ਖਿੱਚੋ ਤਾਣ ਦੇ ਵਿੱਚ ਕੈਨੇਡਾ ਦੀ ਏਜੰਸੀਆਂ ਫਸ ਗਈਆਂ। ਤੇ ਇਹਨਾਂ ਕੰਪਲੈਕਸ ਇੱਕ ਕੈਨਵਸ ਹੈ, ਬਹੁਤ ਕੰਪਲੈਕਸ ਕੈਨਵਸ ਹੈ। ਇੱਕ ਵਿਅਕਤੀ ਕਮਿਊਨਿਟੀ ਦਾ ਲੀਡਰ ਹੈ, ਉਹ ਇੱਕ ਦੂਸਰੇ ਮੁਲਕ ਦੇ ਵਿੱਚ ਇੱਕ ਪ੍ਰੋਸਕ੍ਰਾਈਬਡ ਬੈਂਡ ਟੈਰਰਿਸਟ ਹੈ। ਤੁਸੀਂ ਸਿੱਖ ਫॉर ਜਸਟਿਸ ਦੀ ਗੱਲ ਕੀਤੀ। ਸਿੱਖ ਫॉर ਜਸਟਿਸ ਇਜ਼ ਅ ਟੈਰਰਿਸਟ ਆਰਗੇਨਾਈਜੇਸ਼ਨ ਐਜ਼ ਪਰ ਮਿਨਿਸਟਰੀ ਆਫ ਹੋਮ ਅਫੇਅਰਸ ਇੰਡੀਆ ਦੇ ਹਿਸਾਬ ਨਾਲ। ਇੱਥੇ ਉਹਨਾਂ ਦੇ ਵਕੀਲ ਹੈਗੇ ਨੇ, ਕਮਿਊਨਿਟੀ ਦੇ ਲੀਡਰ। ਸੋ ਇੱਕ ਬੜਾ ਕੰਪਲੈਕਸ ਜਿਹਾ, ਬਹੁਤ ਕੰਟਰਾਡਿਕਸ਼ਨਸ ਨੇ, ਬਹੁਤ ਕੰਪਲੀਕੇਸ਼ਨਸ ਨੇ। ਸਾਰੀਆਂ ਚੀਜ਼ਾਂ ਦਾ ਇੱਕ ਬਹੁਤ ਵੱਡਾ ਦਬਾਅ ਜਿਹੜਾ ਹੈ ਉਹ ਕੈਨੇਡੀਅਨ ਤੇ ਸਰੀ ਦੀ ਜਿਹੜੀ ਜਾਂਚ ਏਜੰਸੀਆਂ IHIT ਹੈ ਉਹਨਾਂ ਤੇ ਸਰਟਨਲੀ ਹੈ। ਸੋ ਜਦੋਂ ਇਸ ਤਰੀਕੇ ਦਾ ਪ੍ਰੈਸ਼ਰ ਵੱਧਦਾ ਹੈ ਨਾ, ਕਈ ਵਾਰ ਦੇਖੋ ਜਿਹੜੇ ਲੋਕ ਇਨਸਾਫ ਦੀ ਮੰਗ ਕਰ ਰਹੇ ਨੇ, ਸਹੀ ਤਫਤੀਸ਼ ਦੀ ਮੰਗ ਕਰ ਰਹੇ ਨੇ, ਉਹ ਤਾਂ ਇਸ ਵਾਸਤੇ ਦਬਾਅ ਪਾ ਰਹੇ ਹੁੰਦੇ ਨੇ ਕਿ ਸਾਨੂੰ ਇਨਸਾਫ ਮਿਲੇ, ਫੇਅਰ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਹੋਏ। ਲੇਕਿਨ ਉਹਦਾ ਕਈ ਵਾਰ ਇਫੈਕਟ ਪੁੱਠਾ ਹੋ ਰਿਹਾ ਹੁੰਦਾ ਹੈ, ਉਲਟਾ ਹੋ ਰਿਹਾ ਹੁੰਦਾ ਹੈ। ਚਾਹੁੰਦੇ ਹੋਏ ਵੀ ਅਥਾਰਟੀਜ਼ ਉਸ ਪਾਸੇ ਜਾ ਨਹੀਂ ਸਕਦੀਆਂ, ਕਿਉਂਕਿ ਦੂਸਰੇ ਪਾਸੋਂ ਇੱਕ ਹੋਰ ਡਿਪਲੋਮੈਟਿਕ ਪ੍ਰੈਸ਼ਰ ਬਣਨਾ ਸ਼ੁਰੂ ਹੋ ਜਾਂਦਾ ਹੈ। ਠੀਕ ਹੈ ਨਾ। ਸੋ ਇਟਸ ਮੋਰ ਅਬਾਊਟ ਪ੍ਰੋਪੇਗੈਂਡਾ, ਮੋਰ ਅਬਾਊਟ ਨੈਰੇਟਿਵ ਬਿਲਡਿੰਗ, ਜਿਹੜੀਆਂ ਚੀਜ਼ਾਂ ਵਿੱਚ ਆ ਜਾਂਦੀਆਂ ਨੇ। ਐਂਡ ਫਾਈਨਲੀ ਦੇਖੋ ਹੁੰਦਾ ਨਾ, ਲੌਜੀਕਲੀ ਕੜੀਆਂ ਜੋੜ ਕੇ ਤੁਸੀਂ ਇੱਕ ਵੱਡੀ ਕਨਸਪੀਰੇਸੀ ਨੂੰ ਅਨਰਿਵੇਲ ਕਰ ਦਿਓ। ਉਹਦੀ ਇੱਕ ਆਪਣੀ ਖੂਬਸੂਰਤੀ ਹੈ ਵੀ ਤੁਸੀਂ ਛੋਟੇ ਬੰਦੇ ਤੋਂ ਸ਼ੁਰੂ ਹੋਏ, ਫਾਈਨਲੀ ਯੂ ਰਿਅਲਾਈਜ਼ ਕਿ ਇਟ ਵਾਸ ਅ ਬਿਗ ਕਨਸਪੀਰੇਸੀ। ਲੇਕਿਨ ਅੱਜ ਕੱਲ੍ਹ ਤਾਂ ਸ਼ੁਰੂਆਤ ਉੱਤੇ ਹੁੰਦੀ ਹੈ। ਇਟ ਸਟਾਰਟ ਫਰੋਮ ਦ ਟੌਪ ਬਾਟਮ, ਵੀ ਉੱਥੋਂ ਇਨਵੈਸਟੀਗੇਸ਼ਨ ਜੀ ਬੜੀ ਵੱਡੀ ਕਨਸਪੀਰੇਸੀ ਹੈ। ਥੱਲੇ ਤਾਂ ਤੁਹਾਡੇ ਹਾਲੇ ਤਾਂ ਕੁਝ ਹੱਥ 'ਚ ਹੀ ਨਹੀਂ ਹੈਗਾ, ਹਮਲਾਵਰ ਹੱਥ 'ਚ ਨਹੀਂ। ਤੇ ਜੇ ਆਪਾਂ ਪਹਿਲਾਂ ਵੀ ਸ਼ਾਇਦ ਜ਼ਿਕਰ ਕੀਤਾ ਸੀ ਕਿ ਜੇ ਆਪਾਂ ਮੰਨੀਏ ਕਿ ਜੇ ਕਿਸੇ ਫੋਰਨ ਤਾਕਤਾਂ ਦੀ ਵਜ੍ਹਾ ਨਾਲ ਇਹ ਹੋਈ ਘਟਨਾ, ਵਾਰਦਾਤ ਹੋਈ, ਤਾਂ ਫਿਰ ਉਸ ਚੀਜ਼ ਨੂੰ ਲੱਭ ਪਾਉਣਾ ਤਾਂ ਫਿਰ ਬਹੁਤ ਮੁਸ਼ਕਿਲ ਹੋਏਗਾ। ਐਂਡ ਹਾਊ ਟੂ ਲਿੰਕ ਦੋਜ਼ ਥਿੰਗਸ। ਰਿਪੁਦਮਨ ਮਲਿਕ ਦਾ ਕੇਸ ਇੱਕ ਕਲਾਸਿਕ ਕੇਸ ਹੈ। ਹੋਰ ਵੀ ਇਸ ਤੋਂ ਪਹਿਲਾਂ ਇੰਨੇ ਮਰਡਰਸ ਹੋਏ ਨੇ, ਸਰੀ ਦੇ ਵਿੱਚ ਕਈ ਘਟਨਾਵਾਂ ਹੋਈਆਂ, ਬਟ ਮਤਲਬ ਉਹ ਚੀਜ਼ਾਂ ਨਹੀਂ ਨਿਕਲ ਪਾਈਆਂ। ਬਟ ਹਾਂ, ਇਹ ਜ਼ਰੂਰ ਹੈ ਕਿ 2 ਮਹੀਨੇ ਬਾਅਦ ਵੀ ਅਥਾਰਟੀਜ਼ ਦੇ ਹੱਥ ਜਿਹੜੇ ਖਾਲੀ ਹੋਣਾ, ਇੱਕ ਟੈਲਿੰਗ ਕਮੈਂਟ ਆਲਸੋ ਕਿ ਇੱਕ ਐਡਾ ਵੱਡਾ ਸ਼ਹਿਰ ਦੇ ਵਿੱਚ ਮਰਡਰ ਹੋ ਜਾਂਦਾ ਹੈ। ਉਹ ਵੀ ਪਹਿਲਾਂ ਜਦੋਂ ਕਿ ਇਸ ਚੀਜ਼ ਦਾ ਖਤਰਾ ਸੀ ਜਾਂ ਇਸ ਚੀਜ਼ ਦੀਆਂ ਸੰਭਾਵਨਾਵਾਂ ਵਿਅਕਤ ਕੀਤੀਆਂ ਗਈਆਂ, ਖੁਫੀਆ ਇਨਪੁਟ ਸੀ, ਇਹ ਗੱਲਾਂ ਬਾਤਾਂ ਪਹਿਲਾਂ ਹੋ ਰਹੀਆਂ ਸੀ, ਡਿਸਪਾਈਟ ਦੈਟ ਮਰਡਰ ਹੋ ਜਾਂਦਾ ਹੈ। ਇਹ ਬਹੁਤ ਵੱਡੀ ਗੱਲ। ਤੇ ਉਸ ਤੋਂ ਬਾਅਦ ਅਜੇ ਤੱਕ ਜਾਂਚ ਏਜੰਸੀਆਂ ਦੇ ਹੱਥ खाली, ये उस तो भी बड़ी और जिसमें ऐसा शहर जहां हर जगह सिक्योरिटी कैमरास लगे रहते हैं, जिस वजह से उन लोगों ने वो गाड़ी का उनको फोटो मिला। तो ऐसे एक कंट्री में किसी कोई इन्फॉर्मेशन ना हो कि भाई पब्लिक से मदद मांगी जा रही है कि भाई अगर आप जानते हैं तो फिर बताइए, तो ये बड़ा मतलब इसकी कॉन्फिडेंस नहीं देता है लोगों को, नहीं कि मतलब किस तरह से इन्वेस्टिगेशन हो रहा है। बिल्कुल कि सारे सवाल पूछ रहे हैं जो लोग। यूजुअली मैनू नहीं लगता होर भी बहुत से होमिसाइड्स होंगे ने इत्थे, लेकिन केस क्रैक हो ही जाते हैं। हाँ, लेकिन इस तरीके के जो कंपलैक्स केसिस होंगे ने, मैनूं लगदा भी वो जिहड़ा पॉलिटिक्स वरती गई है, जो भी पॉलिटिक्स का दबाव पिया, जिहड़े फैक्टर्स एट प्ले हैगे ने, वो कई बार इन्ना प्रैशर पा दिंदे ने भी चाहते हुए भी वो चीज़ों के खुलासे नहीं अथॉरिटीज़ करदियां कि कोई अजिही गल जे मान लो पब्लिक डोमेन च लिआंदे ने, ਉਹਦਾ ਹੁਣ ਪਤਾ ਨਹੀਂ ਡਿਪਲੋਮੈਟਿਕ ਅਸਰ ਕੀ ਹੋਣਾ ਹੈ। ਹਾਂ, ਭਾਰਤ ਵੱਲੋਂ ਕੀ ਦਬਾਅ ਪਏਗਾ, ਪ੍ਰੈਸ਼ਰ ਪਏਗਾ, ਨਹੀਂ ਪਏਗਾ, ਉੱਥੋਂ ਦੀ ਅਥਾਰਟੀਜ਼ ਨੂੰ ਕਿਵੇਂ ਲੈਣਗੀਆਂ, ਤੁਹਾਨੂੰ ਦੇਣੀ ਚਾਹੀਦੀ ਇਨਫੋਰਮੇਸ਼ਨ, ਨਹੀਂ ਦੇਣੀ। ਹਾਲਾਂਕਿ ਇੱਥੇ ਦੇ ਪ੍ਰੋਟੋਕੋਲਸ ਬੜੇ ਫਿਕਸ ਨੇ, ਇਹਨਾਂ ਨੇ ਇਨਫੋਰਮੇਸ਼ਨ ਬੜੇ ਹੀ ਉਸ ਅਪਰਾਧਿਕ ਵਾਰਦਾਤ ਦੇ ਦਾਇਰੇ ਤੋਂ ਬਾਹਰ ਨਹੀਂ ਜਾਣਾ ਇਹਨਾਂ ਨੇ। ਦੇ ਵਿਲ ਨਾਟ ਟਰਾਈ ਟੂ ਗੈਟ ਆਊਟ ਆਫ ਦੈਟ ਕ੍ਰਿਮੀਨਲ ਐਕਟ।
ਤੇ ਇਹਨਾਂ ਦੀ ਇਨਵੈਸਟੀਗੇਸ਼ਨ ਉੱਥੇ ਤੱਕ ਹੀ ਰਹਿਣੀ ਹੈ। ਯੂ ਕੈਨ ਸੀ ਦ ਕੇਸ ਆਫ ਰਿਪੁਦਮਨ ਮਲਿਕ, ਸੋ ਇਟ ਵਾਸ ਕ੍ਰਿਮੀਨਲ ਕਨਸਪੀਰੇਸੀ ਜਿਹਨੂੰ ਇੰਡੀਆ 'ਚ 120B ਕਹਿੰਦੇ ਨੇ। ਹੁਣ ਸਿੱਧੂ ਮੂਸੇਵਾਲਾ ਦਾ ਪੂਰਾ ਜਿਹੜਾ ਕਤਲ ਕੇਸ ਆ ਉਹਦੇ 'ਚ ਉਹਦੇ ਘਰਦਿਆਂ ਦੀ ਮੰਗ ਤਾਂ ਹੀ ਹੈ ਨਾ ਕਿ ਕ੍ਰਿਮੀਨਲ ਕਨਸਪੀਰੇਸੀ ਅਨਰਥ ਕਰੋ। ਹੁਣ ਉਹ ਅਨਰਥ ਕਰਨੀ ਕਦੇ ਸੌਖੀ ਥੋੜ੍ਹਾ ਨਾ ਹੁੰਦੀ ਹੈ। ਇਟ ਇਜ਼ ਵੈਰੀ ਡਿਫਿਕਲਟ ਟੂ ਲਿੰਕ ਅ ਲੋਟ ਆਫ ਥਿੰਗਸ। ਸੋ ਇੱਥੇ ਤਾਂ ਫਿਲਹਾਲ ਹਲੇ ਮੇਨ ਸ਼ੂਟਰ ਹੱਥ 'ਚ ਨਹੀਂ ਆਏ, ਕੌਣ ਸ਼ੂਟਰ ਸੀ, ਕਿੰਨੇ ਸ਼ੂਟਰ ਸੀ, ਇਹ ਵੀ ਹਲੇ ਸਸਪੈਕਟ ਹੈ ਕਿ ਥਰਡ ਸਸਪੈਕਟ ਹੈ। ਸੋ ਬੜੀ ਕਾਮਨ ਸੈਂਸ ਦੀ ਗੱਲ ਹੈ, ਜੇ ਕੋਈ ਗੱਡੀ ਖੜੀ ਸੀ ਉੱਥੇ ਤਾਂ ਕੋਈ ਨਾ ਕੋਈ ਤਾਂ ਚਲਾ ਹੀ ਰਿਹਾ ਸੀਗਾ, ਤਾਂ ਹੀ ਕਰਕੇ ਥਰਡ ਸਸਪੈਕਟ ਪਿਕਚਰ 'ਚ ਆਇਆ, ਆਪਣੇ ਆਪ ਤਾਂ ਚੱਲ ਨਹੀਂ ਰਹੀ ਸੀ। ਸੋ ਬਟ ਬੜੀਆਂ ਮਤਲਬ ਜਿਹਨੂੰ ਕਹਿੰਦਾ ਵੀ ਬੜੀ ਕਾਮਨ ਪਲੇਸ ਜੀਆਂ ਖੁਲਾਸੇ ਹੈਗੇ ਨੇ। 2 ਮਹੀਨੇ ਬਾਅਦ ਵੀ कुछ खास दसन ਨੂੰ कंक्रीट नहीं है। 2 महीने बाद बस एक और फोटो कि भाई अब बताइए, तो ये फोटो तो ज़रूर उनको बहुत पहले मिल गया होगा। आई एम श्योर, आई थिंक 1-2 दिनों का काम होना चाहिए सीगा ना। हाँ, जो हमारे लिसनर्स यहाँ हैं, चलिए उनमें बहुत से ऐसे होंगे जो अभी देख रहे हैं हमें, जो जब तक RCMP से जैसा जवाब वो सुनना चाह रहे हैं वैसा जवाब ना मिले तब तक वो खुश नहीं होंगे। जो पंजाब में हमें देख रहे हैं उनके लिए बड़ा टेक अवे क्या है इस केस में अभी फिलहाल जो भी अपडेट आया है? ਦੇਖੋ ਪੰਜਾਬ ਦੇ ਵਿੱਚ ਜਾਂ ਇੰਡੀਆ ਦੀ ਗੱਲ ਕਰ ਲਈਏ, ਪੰਜਾਬ ਦੀ ਗੱਲ ਕਰ ਲਈਏ, ਉੱਥੇ ਤਾਂ ਹਰਦੀਪ ਸਿੰਘ ਨਿੱਜਰ ਨੂੰ ਇੱਕ ਵੱਖਰੇ ਤਰੀਕੇ ਦੇ ਨਾਲ ਦੇਖਿਆ ਜਾਂਦਾ ਹੈ। ਹੀ ਇਜ਼ ਸੀਨ ਐਜ਼ ਐਨ ਐਂਟੀ ਸਟੇਟ ਆਪਰੇਟਿਵ ਸੀ, ਠੀਕ ਹੈ ਨਾ, ਜਿਨ੍ਹਾਂ ਦੀ ਕਈ ਕੇਸਿਸ ਦੇ ਵਿੱਚ ਇਨਵੋਲਵਮੈਂਟ ਉਸ ਤਰੀਕੇ ਦੇ ਨਾਲ ਭਾਰਤੀ ਏਜੰਸੀਆਂ ਨੇ ਸ਼ੋਅ ਕੀਤੀ। ਉਸ ਬੇਸ ਦੇ ਉੱਤੇ ਉਹਨੂੰ ਕੈਟੇਗਰਾਈਜ਼ ਤੇ ਕਲਾਸੀਫਾਈ ਕੀਤਾ ਗਿਆ ਐਜ਼ ਅ ਟੈਰਰਿਸਟ। ਸੋ ਉੱਥੋਂ ਲੋਕਾਂ ਨੂੰ ਪਤਾ ਨਹੀਂ ਇੱਥੋਂ ਦਾ ਸਿਸਟਮ ਕਿਵੇਂ ਕੰਮ ਕਰਦਾ ਹੈ। ਪੀਪਲ ਐਜ਼ਿਊਮ ਕਿ ਜੀ ਉੱਥੇ ਵੀ ਸ਼ਾਇਦ ਇਸੇ ਤਰੀਕੇ ਨਾਲ ਜਿਵੇਂ ਪੰਜਾਬ ਦੇ ਵਿੱਚ ਹੁੰਦਾ ਵੀ ਮਰਡਰ ਹੁੰਦਿਆਂ ਨਾਲ ਹੀ 1 ਘੰਟੇ ਬਾਅਦ ਗੈਂਗਸਟਰ ਫੋਨ ਕਰਕੇ ਦੱਸ ਦਿੰਦੇ ਨੇ ਕਿ ਅਸੀਂ ਕੀਤਾ ਨਹੀਂ ਕੀਤਾ, ਸੋਸ਼ਲ ਮੀਡੀਆ ਤੇ ਪੋਸਟ। ਲੇਕਿਨ ਇੱਥੇ ਜਿਹੜੇ ਕ੍ਰਿਮੀਨਲਸ ਜਿਹਨੇ ਵੀ ਕੰਮ ਕੀਤਾ, ਅਗੇਨ ਇੱਥੇ ਜਿਹੜੀ ਗੈਂਗ ਕਨਫਲਿਕਟ ਚੱਲਦੀ ਪਈ ਹੈ ਉਹਦੇ ਵਿੱਚ ਕੰਮ ਕਰਨ ਦਾ ਮੋਡਸ ਆਪਰੈਂਡੀ ਬੜਾ ਕਲੀਅਰ ਹੈ। ਇੱਥੇ ਮੈਂ ਕਹਾਂਗਾ ਕਿ ਉਹ ਫੁਕਰਾਪੰਥੀ ਤਾਂ ਹੈ ਨਹੀਂ ਬਿਲਕੁਲ ਵੀ। देयर इज नो ब्रैगिंग ऑफ, शोइंग ऑफ कि अपनी गड्डियों ਨੂੰ ਅੱਗ ਲਾ ਦਿੰਦੇ ਨੇ, ਹੈ ਨਾ, ਤਾਂ ਕਿ ਕੋਈ ਫੋਰੈਂਸਿਕ ਐਵੀਡੈਂਸ ਨਾ ਬਚ ਜਾਏ, ਕੋਈ DNA ਸੈਂਪਲ ਨਾ ਗੱਡੀ ਦੇ ਵਿੱਚੋਂ 2 ਬਾਲ ਵੀ ਮਿਲ ਗਏ। ਇਮੈਜਿਨ ਕਰੋ ਜਦੋਂ ਤੁਸੀਂ ਕੋਈ ਗੱਡੀ ਚਲਾ ਰਹੇ ਹੋ ਜਾਂ ਕੋਈ ਵੀ ਵਾਰਦਾਤ ਕਿਤੇ ਵੀ ਬੈਠੇ ਹੋ, ਤੁਹਾਡੇ 1-2 ਬਾਲ ਵੀ ਸਰੀਰ ਦੇ ਉੱਥੇ ਰਹਿ ਗਏ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਦਾ ਮੈਚ ਹੋਣਾ ਵਿਲ ਬੀ ਫਾਈਨਲ ਫੋਰੈਂਸਿਕ ਐਵੀਡੈਂਸ ਅਗੇਂਸਟ ਯੂ। ਹੁਣ ਇੱਥੋਂ ਦੇ ਜਿਹੜੇ ਕ੍ਰਿਮੀਨਲ ਜਿਹੜੇ ਆਪਰੇਟ ਕਰਦੇ ਨੇ, ਇਨਕਲੂਡਿੰਗ ਜਿਨ੍ਹਾਂ ਨੇ ਦੀਪ ਨਿੱਜਰ ਦਾ ਕਤਲ ਕੀਤਾ ਹੋਏਗਾ, ਸੋ ਦੇ ਮਸਟ ਬੀ ਵੈਰੀ ਸਮਾਰਟ, ਠੀਕ ਹੈ ਨਾ। ਉਹ ਤਾਂ ਆਪਣਾ ਇੱਕ ਸਬੂਤ ਨਹੀਂ ਬਚਣ ਦਿੰਦੇ, ਲੈਟ ਅਲੋਨ ਕਿ ਤੁਸੀਂ ਟੈਲੀਫੋਨ ਕਰਕੇ ਆਪਣੀ ਜ਼ਿੰਮੇਵਾਰੀਆਂ ਕਬੂਲਦੇ ਫਿਰੋ, ਕਿਉਂਕਿ ਪਤਾ ਵੀ ਬਾਅਦ ਦੇ ਵਿੱਚ ਪੁਲਿਸ ਨੇ ਵਾਟਰਟਾਈਟ ਕੇਸ ਬਣਾਉਣੇ ਹੈ। ਫਿਰ ਅਦਾਲਤਾਂ ਦੇ ਵਿੱਚ ਤਾਂ ਕੇਸ ਹੀ ਤਾਂ ਬਣਨਾ ਜੇ ਅਦਾਲਤਾਂ ਦੇ ਵਿੱਚ ਉਹਨੇ ਟਿਕਣਾ ਹੋਏਗਾ। ਇੱਥੇ ਦਾ ਇਹ ਬੜਾ ਵੱਡਾ ਇੱਕ ਚੰਗੀ ਹੈ ਸਿਸਟਮ। ਭਾਰਤ ਦੇ ਵਿੱਚ ਉਲਟਾ ਹੈ, ਉੱਥੇ ਭਾਵੇਂ ਕੇਸਾਂ ਨੂੰ ਤੁਸੀਂ 15 ਦਿਨ 'ਚ ਕਰੈਕ ਕਰ ਲਓ, ਸੋਲਵ ਹੋ ਜਾਂਦੇ ਨੇ 20 ਦਿਨ 'ਚ, ਲੇਕਿਨ ਫਾਈਨਲੀ ਪਤਾ ਲੱਗਦਾ ਕੋਰਟ ਦੇ ਵਿੱਚ ਗਵਾਹ ਮੁੱਕਰ ਗਏ, ਕੋਰਟ ਦੇ ਵਿੱਚ ਬਰੀ ਹੋ ਗਏ ਬੰਦੇ, ਪੁਲਿਸ ਦੀ ਜਿਹੜੀ ਆਪਣੀ ਐਵੀਡੈਂਸ ਹੈ ਢਿੱਲੇ ਕੇਸ ਤਿਆਰ ਕੀਤੇ ਗਏ। चार्जशीट में ही नहीं डालते हैं, जो मीडिया को लीक करते हैं बाद में चार्जशीट में नहीं होता है। ਬਿਲਕੁਲ। ਤਾਂ ਸੋ ਉਹ ਉੱਥੇ ਮਤਲਬ ਉੱਥੇ ਫੌਰੀ ਤੌਰ ਤੇ ਤਾਂ ਬੜੀ ਤੇਜ਼ੀ ਦਿਖਾਈ ਜਾਂਦੀ ਹੈ, ਲੇਕਿਨ ਇੱਥੇ ਇਨਵੈਸਟੀਗੇਸ਼ਨ ਜਿਹੜੀ ਹੋਏਗੀ, ਜੋ ਆ ਕਾਰਵਾਈ ਹੋਏਗੀ, ਫਿਰ ਫਾਈਨਲੀ ਉਹੀ ਹੋਏਗੀ ਜਿਹੜੀ ਕੋਰਟ ਦੇ ਵਿੱਚੋਂ ਸਸਟੇਨ ਕਰ ਸਕਣਗੇ, ਵਿਚ ਇਜ਼ ਅ ਵੈਰੀ ਗੁੱਡ ਪਾਰਟ ਆਫ ਦ ਸਿਸਟਮ। ਬਟ ਨੈਵਰਦਲੈਸ ਹੁਣ ਇਸ ਕੇਸ ਦੇ ਵਿੱਚ ਕਿਉਂ ਹਲੇ ਤੱਕ 2 ਮਹੀਨੇ ਬਾਅਦ ਵੀ ਮਤਲਬ ਸ਼ੁੱਡ ਵੀ ਵੀ ਸ਼ੁੱਡ ਅੰਡਰਸਟੈਂਡ ਕਿ ਇੱਥੋਂ ਦੀਆਂ ਅਥਾਰਟੀਜ਼ ਦਬਾਅ ਦੇ ਵਿੱਚ ਵੀ ਕੰਮ ਕਰ ਰਹੀਆਂ ਨੇ, ਲੇਕਿਨ ਦਬਾਅ ਇਹ ਨਹੀਂ ਕਿ ਉਹਨਾਂ ਨੇ ਇਸ ਮਰਡਰ ਦੀ ਕਨਸਪੀਰੇਸੀ ਦੇ ਬਾਰੇ ਸੱਚਾਈ ਦਾ ਪਤਾ ਨਹੀਂ ਲਗਾਣਾ। ਦਬਾਅ ਇਹ ਜ਼ਰੂਰ ਹੈ ਕਿ ਹੁਣ ਪੋਲੀਟੀਕਲ ਇੱਕ ਜਿਹਨੂੰ ਕਹਿੰਦਾ ਰੱਸਾਕਸ਼ੀ ਸ਼ੁਰੂ ਹੋ ਗਈ ਕਿ ਇੱਕ ਪਾਸੇ ਤੁਹਾਡੀ ਕਮਿਊਨਿਟੀ ਤੇ ਦੂਸਰੇ ਪਾਸੇ ਤੁਹਾਡੀ ਡਿਪਲੋਮੇਸੀ, ਤੁਹਾਡੇ ਭਾਰਤ ਦੇ ਨਾਲ ਡਿਪਲੋਮੈਟਿਕ ਰਿਲੇਸ਼ਨਸ, ਉਹ ਚੀਜ਼ਾਂ ਕਿਤੇ ਨਾ ਕਿਤੇ ਫੈਕਟਰਸ ਐਟ ਪਲੇ ਲਿਆਤੀਆਂ ਗਈਆਂ। ਮੈਂ ਕਹਾਂਗਾ ਇਹ ਨੈਰੇਟਿਵ ਵੀ ਬਿਲਡ ਹੀ ਹੋਇਆ, ਚਾਹੇ ਕਿਸੇ ਪਾਸਿਓਂ ਖੜਾ ਹੋਇਆ, लेकिन विच इज़ नॉट गुड फॉर दिस इन्वेस्टिगेशन एज सच। जब तक कुछ ठोस नहीं निकलेगा तब तक तो ये स्पेकुलेशन चलता ही रहेगा। इस चर्चा में जुड़ने के लिए बहुत बहुत शुक्रिया तेज। थैंक यू जी। और आप सबका भी बहुत शुक्रिया हमारा शो देखने के लिए।